ਦੋਸਤੋ ਬਹੁਤ-ਬਹੁਤ ਸਵਾਗਤ। ਅਕਸਰ ਅਸੀਂ ਗੱਲ ਕਰਦੇ ਹਾਂ ਸਸਟੇਨੇਬਲ ਡਿਵੈਲਪਮੈਂਟ ਦੀ। ਪੂਰੀ ਦੁਨੀਆ ਵਿੱਚ ਇਹ ਵਰਡ ਜਿਹੜਾ ਆਮ ਕਾਮਨ ਸਾਨੂੰ ਸੁਣਨ ਨੂੰ ਮਿਲਦਾ ਪਿਆ ਕਿ ਅਸੀਂ ਲੌਂਗ ਟਰਮ ਵਿਕਾਸ ਕਿਸ ਤਰੀਕੇ ਨਾਲ ਕਰਨਾ ਹੈ ਔਰ ਇਸ ਦੇ ਵਿੱਚ ਯੂਥ ਦੀ ਕੀ ਭੂਮਿਕਾ ਹੋ ਸਕਦੀ, ਯੂਥ ਨੂੰ ਅਸੀਂ ਕਿੱਦਾਂ ਇੰਪਾਵਰ ਕਰ ਸਕਦੇ ਹਾਂ। ਭਾਰਤ ਦੇ ਵਿੱਚ ਚੂੰਕਿ ਅਸੀਂ ਇਸ ਵੇਲੇ ਯੁਵਾ ਦੇਸ਼ ਹੈ, ਭਾਰਤ ਦੀ ਸਭ ਤੋਂ ਜ਼ਿਆਦਾ ਪਾਪੂਲੇਸ਼ਨ ਯੁਵਾ ਵਰਗ ਦੀ ਹੈ, ਸੋ ਇਹ ਇੱਕ ਬਹੁਤ ਵੱਡਾ ਮਹੱਤਵਪੂਰਨ ਫੈਕਟਰ ਹੋ ਸਕਦਾ ਹੈ। ਸੋ ਇਸ ਵਿਸ਼ੇ 'ਤੇ ਗੱਲਬਾਤ ਕਰਾਂਗੇ। ਅਸੀਂ ਬਹੁਤ ਹੀ ਖਾਸ ਸ਼ਖਸੀਅਤਾਂ ਦੇ ਨਾਲ ਤੁਹਾਨੂੰ ਰੂਬਰੂ ਕਰਾ ਰਹੇ ਹਾਂ। ਮੇਰੇ ਨਾਲ ਬੈਠੇ ਨੇ ਮੈਡਮ ਓਇਸ਼ੀ, ਜੋ ਕਿ ਆਈਏਐਸ ਨੇ ਔਰ ਅਸਿਸਟੈਂਟ ਕਮਿਸ਼ਨਰ ਹੁਸ਼ਿਆਰਪੁਰ 'ਚ। ਮੈਡਮ ਸਵਾਗਤ ਹੈ ਤੁਹਾਡਾ। ਔਰ ਨਾਲ ਬੈਠੇ ਨੇ ਸ਼੍ਰੀ ਵਿਵੇਕ ਗੁਪਤਾ ਜੀ, ਜੋ ਕਿ ਇੰਡਸਟਰੀਲਿਸਟ ਨੇ, ਅੰਬੇ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਨੇ। ਸਰ ਬਹੁਤ-ਬਹੁਤ ਸਵਾਗਤ ਹੈ ਸਰ ਤੁਹਾਡਾ। ਸੋ ਮੈਡਮ, ਜਦੋਂ ਅਸੀਂ ਸਸਟੇਨੇਬਿਲਿਟੀ ਦੀ ਗੱਲ ਕਰਦੇ ਹਾਂ ਤੇ ਤੁਹਾਡਾ ਆਈਏਐਸ ਦੇ ਸਫ਼ਰ ਤੱਕ ਦੀ ਸਸਟੇਨੇਬਲ ਸਟੱਡੀ ਜਿਹੜੀ ਆ ਉਹ ਕਿਸ ਤਰੀਕੇ ਦੀ ਰਹੀ, ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਤੁਸੀਂ ਜ਼ਰੂਰ ਸਾਂਝਾ ਕਰੋ। जैसे कि आपने बोला कि आईएएस बनने के लिए भी सस्टेनेबल स्टडी ਦੀ ਲੋੜ ਹੁੰਦੀ ਹੈ। सस्टेनेबिलिटी मतलब ਕੀ ਹੁੰਦੀ ਹੈ कि कोई भी चीज, कोई भी प्रोसेस एक लंबे समय तक एक कांस्टेंट पेस के साथ चलता रहे। सिमिलर सेम अगर आप किसी भी एग्जाम को क्लियर करना हो, आपका यही सस्टेनेबिलिटी ही आपको हेल्प करती है। कैसे? फॉर एग्जाम्पल मैं अपने प्रिपरेशन के लिए बताऊंगी। जैसे कि एक दिन मैं सुबह उठ गई, मैंने सोचा कि ठीक है, आज से पढ़ाई हम स्टार्ट करेंगे। आई स्टडीड फॉर 12 आवर्स। जी। एक दिन, 2 दिन, 3 दिन, 5वें दिन के बाद वो जो 12 आवर्स सी वो घट ਹੁੰਦੇ ਸੀ। वो 12 आवर कम होते होते फिर 7वें दिन मुझे पढ़ाई का ही मन नहीं किया। वाई? बिकॉज दिस वॉज समथिंग वेरी शॉर्ट टर्म। आई चेंज्ड माई स्ट्रैटेजी। फिर मैंने क्या किया कि मैंने सोचा कि 8 घंटे ही पढ़ूंगी, लेकिन आई कंटिन्यू इट फॉर 365 डेज। ये है सस्टेनेबिलिटी। समथिंग जो कि लॉन्ग इन अ लॉन्गर पीरियड ऑफ टाइम आप ज्यादा सस्टेन कर सको। ਜੀ। ਸੋ ਬਹੁਤ ਐਡਵਾਂਟੇਜ ਹੈ ਜਦੋਂ ਅਸੀਂ ਪਲੈਨਿੰਗ ਦੇ ਨਾਲ ਔਰ ਜ਼ਿਆਦਾ ਦੇਰ ਤੱਕ ਸਸਟੇਨ ਕਰਨ ਵਾਸਤੇ ਕੁਝ ਚੀਜ਼ ਦੀ ਵਿਉਂਤਬੰਦੀ ਕਰਦੇ ਹਾਂ ਤਾਂ ਉਹਦੇ ਨਾਲ ਹੀ ਦੂਰਗਾਮੀ ਜਿਹੜੇ ਆ ਨਜ਼ਰ ਆਉਂਦੇ। ਸਰ, ਇੰਡਸਟਰੀ ਨੂੰ ਅਕਸਰ ਬਲੇਮ ਕੀਤਾ ਜਾਂਦਾ ਹੈ ਕਿ ਅਸੀਂ ਕਿਉਂਕਿ ਇਨਵਾਇਰਮੈਂਟ ਪੋਲਿਊਟ ਕਰਨ ਵਿੱਚ ਬਹੁਤ ਜ਼ਿਆਦਾ ਕੰਟਰੀਬਿਊਟ ਕਰਦੀ ਇੰਡਸਟਰੀ, ਜਾਂ ਕਈ ਵਾਰੀ ਵਿਕਾਸ ਦੇ ਨਾਂ ਦੇ ਉੱਤੇ ਅਸੀਂ ਇਨਵਾਇਰਮੈਂਟ ਦੇ ਨਾਲ ਖਿਲਵਾੜ ਕਰਦੇ ਹਾਂ। ਕੀ ਇੰਡਸਟਰੀ ਸੱਚਮੁੱਚ ਇਸ ਬਲੇਮ ਦੀ ਕਾਬਿਲ ਹੈ, ਜਾਂ ਅੱਜ ਕੱਲ੍ਹ ਦੀ ਇੰਡਸਟਰੀ ਜਿਹੜੀ ਹੈ ਉਹ ਹੁਣ ਬਦਲ ਚੁੱਕੀ ਹੈ? आजकल दी इंडस्ट्री बहुत ज़्यादा चेंज आ चुके हैं। कुछ गवर्नमेंट काफ़ी अवेयर है। गवर्नमेंट ने कुछ इंडस्ट्री ਨੂੰ ਸਟਾਰਟਿੰਗ ਤੋਂ ਮਤਲਬ ਕਿ ਇੰਸਟਰਕਸ਼ਨ ਸੀਗੀਆਂ। ਹੁਣ ਉਹਨਾਂ ਨੇ ਹੋਰ ਜ਼ਿਆਦਾ ਮਤਲਬ ਆਪਣੀ ਸਖਤੀ ਦੇ ਨਾਲ ਸਾਰੀ ਇੰਡਸਟਰੀ ਨੂੰ ਪ੍ਰੋਪਰ ਤਰੀਕੇ ਦੇ ਨਾਲ ਪੋਲਿਊਸ਼ਨ ਡਿਪਾਰਟਮੈਂਟ ਨੇ, ਹੋਰ ਡਿਪਾਰਟਮੈਂਟਸ ਜਿਹੜੇ ਹੈ ਉਹ ਪੋਲਿਊਟਡ ਇਨਵਾਇਰਮੈਂਟ ਨੂੰ ਖਤਮ ਕਰਨ ਲਈ, ਜਿਸ ਤਰ੍ਹਾਂ ਮਤਲਬ ਪਾਣੀ ਲਈ ਔਰ ਹਵਾ ਲਈ ਸਾਰੇ ਇਕਵਿਪਮੈਂਟਸ ਵਗੈਰਾ ਉਹਨਾਂ ਨੇ ਸਾਰੇ ਪ੍ਰੋਪਰ ਤਰੀਕੇ ਦੇ ਨਾਲ ਇੰਡਸਟਰੀ ਦੇ ਵਿੱਚ ਪ੍ਰੋਪਰ ਚੈਕਿੰਗ ਚੱਲ ਰਹੀ ਹੈ ਅਤੇ ਇੰਡਸਟਰੀ ਅਵੇਅਰ ਹੈ। ਇੰਡਸਟਰੀ ਹੁਣ ਪੋਲਿਊਸ਼ਨ ਨਹੀਂ ਕਰ ਰਹੀ, ਉਲਟਾ ਇੰਡਸਟਰੀ ਮਤਲਬ ਹੁਣ ਗ੍ਰੀਨ, ਜਿਸ ਤਰ੍ਹਾਂ ਸਾਡਾ ਫੋਕਲ ਪੁਆਇੰਟ ਹੈ ਉਹਦੇ ਵਿੱਚ ਹਰੇਕ ਬੰਦਾ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਪਲਾਂਟਸ ਲਗਾ ਰਿਹਾ, ਗ੍ਰੀਨਰੀ ਦੇ ਰਿਹਾ, ਤਾਂ ਕਿ ਇਨਵਾਇਰਮੈਂਟ ਜਿਹੜਾ ਬਹੁਤ ਵਧੀਆ ਬਣਿਆ ਰਹੇ। ਮੈਂ ਤੁਹਾਡੇ ਕੋਲੋਂ ਜਾਣਨਾ ਚਾਹੁੰਦਾ ਕਿ ਇੰਡਸਟਰੀਲਿਸਟ ਲਈ ਪ੍ਰੀਪੇਅਰਡ ਵੀ ਹੁੰਦਾ ਹੈ, ਜਾਂ ਪ੍ਰੈਸ਼ਰਾਈਜ਼ ਹੁੰਦਾ ਹੈ ਕਿ ਡਿਪਾਰਟਮੈਂਟ ਨੇ ਪ੍ਰੈਸ਼ਰ ਕੀਤਾ ਸਾਡੇ 'ਤੇ ਤਾਂ ਅਸੀਂ ਪਲਾਂਟਸ ਲਗਾਉਣੇ ਆ, ਜਾਂ ਅਸੀਂ ਟਰੀਟਮੈਂਟ ਪਲਾਂਟ ਲਗਾਉਣਾ, ਜਾਂ ਇੰਡਸਟਰੀਲਿਸਟ ਹੁਣ ਖੁਦ ਵਿਲਿੰਗ ਹੈਗਾ ਕਿ ਅਸੀਂ ਨੇਚਰ 'ਚ ਕੰਟਰੀਬਿਊਟ ਕਰਨਾ? ਨਹੀਂ, ਇੰਡਸਟਰੀਲਿਸਟ ਇਸ ਟਾਈਮ ਖੁਦ ਚਾਹੁੰਦਾ ਕਿ ਅਸੀਂ ਇਨਵਾਇਰਮੈਂਟ ਨੂੰ ਬਿਲਕੁਲ ਠੀਕ ਰੱਖੀਏ, ਔਰ ਜਿਹੜਾ ਗ੍ਰੀਨ ਏਰੀਆ ਵੈਸੇ ਵੀ ਦੇਖਣ ਨੂੰ ਵੀ ਬਹੁਤ ਅੱਛਾ ਲੱਗਦਾ ਹੈ, ਲੇਕਿਨ ਕਿਸੇ ਦਾ ਕੋਈ ਇੰਨਾ ਪ੍ਰੈਸ਼ਰ ਨਹੀਂ ਹੈ। ਅੰਦਰੋਂ ਹੀ ਮਤਲਬ ਕਿ ਜਿਹੜੇ ਬੰਦੇ ਦੇ ਹੋਏਗਾ ਉਹ ਅੰਦਰੋਂ ਹੀ ਭਾਵਨਾ ਜਾਗੇਗੀ ਕਿ ਆਪਾਂ ਇਹਨੂੰ ਬਿਲਕੁਲ ਵਾਤਾਵਰਨ ਨੂੰ ਸਾਫ ਸੁਥਰਾ ਰੱਖਣਾ, ਅਤੇ ਉਸੀ ਪੁਆਇੰਟ ਆਫ ਵਿਊ ਨੂੰ ਲੈ ਕੇ ਇੰਡਸਟਰੀਲਿਸਟ ਹੁਣ ਇਸ ਵੇਲੇ ਬਿਲਕੁਲ ਅੱਛੇ ਤਰੀਕੇ ਨਾਲ ਹੀ ਕੰਮ ਕਰ ਰਿਹਾ। ਮੈਡਮ, ਤੁਹਾਡੇ ਕੋਲੋਂ ਚੂੰਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਤੁਸੀਂ ਬਤੌਰ ਅਸਿਸਟੈਂਟ ਕਮਿਸ਼ਨਰ ਹੋ, ਹੁਸ਼ਿਆਰਪੁਰ ਇੱਕ ਨੇਚਰ ਦੇ ਬਿਲਕੁਲ ਕਲੋਜ਼ ਜ਼ਿਲ੍ਹਾ ਹੈਗਾ, ਬੜੀ ਖੂਬਸੂਰਤ ਲੋਕੇਸ਼ਨਸ ਆ ਹੁਸ਼ਿਆਰਪੁਰ 'ਚ। ਔਰ ਹੁਸ਼ਿਆਰਪੁਰ ਦੇ ਟੂਰਿਜ਼ਮ ਡਿਪਾਰਟਮੈਂਟ ਹੋਏ, ਚਾਹੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਹੋਏ, ਉਹਨਾਂ ਦੀ ਵੀ ਕੋਸ਼ਿਸ਼ ਹੈ ਕਿ ਲੋਕਾਂ ਨੂੰ ਅਸੀਂ ਨੈਚੁਰਲ ਪਲੇਸਿਸ ਜਿਹੜੇ ਆ ਐਕਸਪਲੋਰ ਕਰਾ ਸਕੀਏ। ਇਸ ਐਡਵਾਂਟੇਜ ਤੇ ਡਿਸਐਡਵਾਂਟੇਜ ਕਿੱਦਾਂ ਦੇਖਦੇ ਹੋ? ਜੇ ਅਸੀਂ ਐਡਵਾਂਟੇਜਸ ਦਾ ਗੱਲ ਕरें तो ਐਡਵਾਂਟੇਜਸ ਇਹ ਹੈ ਕਿ ਸਾਡਾ ਹੁਸ਼ਿਆਰਪੁਰ ਦੇ ਲੋਕਾਂ ਨੂੰ EMPLOYMENT ਦਾ ਇੱਕ ਵੱਖਰੀ ਸੋਰਸ ਮਿਲ ਜਾਊਗੀ। ਹੁਸ਼ਿਆਰਪੁਰ ਵੈਸੇ ਜੈਸੇ ਜਿਵੇਂ ਕਿ ਤੁਸੀਂ ਦੱਸ ਰਹੇ ਹੋ, ਇੱਕ ਬਹੁਤ ਹੀ ਵਧੀਆ ਜਗ੍ਹਾ ਹੈ। ਇੱਥੇ ਬਹੁਤ ਨੈਚੁਰਲ ਰਿਸੋਰਸਿਸ ਤੇ ਬਹੁਤ ਸਾਰੇ ਐਸੇ ਰਿਜ਼ੋਰਟਸ ਹੈ, ਐਂਡ ਬਹੁਤ what I say, it is unexplored।
जी। बट अगेन अनएक्सप्लोर्ड है, शायद इसीलिए सीरीन है। डिसएडवांटेज इसका यही है कि जैसे-जैसे फुटफॉल बढ़ता है, वैसे-वैसे एक जगह की एक्सप्लॉइटेशन बढ़ती है। अभी हमारे पास जैसे जब हम थाना डैम के पास जाए, वहाँ पे हमारे पास एक ऑफ रोडिंग का है कुकानेड़। वहाँ पे अभी बहुत कम लोग आते। बट कभी-कभी ऐसा होता है सैटरडे संडे जब ਅਸੀਂ ਜਾਂਦੇ ਉੱਥੇ ਅਸੀਂ ਉੱਥੇ ਰੈਪਰਸ ਤੇ ਕੁਝ ਛੋਟੀ-ਛੋਟੀ ਚੀਜ਼ਾਂ ਉੱਥੇ ਵਿਖਰੀ ਹੁੰਦੀ ਹੈ। ਤੋ ਇਹ ਇੱਕ ਡਿਸਐਡਵਾਂਟੇਜ ਹੈ ਜਿਸ ਨੂੰ ਅਸੀਂ ਇੱਕ ਵਾਰ ਰਿਸਕ ਕੈਲਕੂਲੇਸ਼ਨ ਪ੍ਰੋਪਰ ਕਰਕੇ ਇਸ ਚੀਜ਼ को ਥੋੜਾ ਆਗੇ ਵੀ ਇਹਦੇ ਵਾਸਤੇ ਸੈਂਸਿਟਾਈਜੇਸ਼ਨ ਕਰਨ ਦੀ ਵੀ ਲੋਕਾਂ ਨੂੰ ਜ਼ਰੂਰਤ ਹੈ ਜਾਂ ਕੋਈ ਸਟ੍ਰਿਕਟ ਲਾਜ਼ ਦੇ ਨਾਲ ਹੀ ਇਹ ਚੀਜ਼ਾਂ, ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਕਿ ਸੈਟਰਡੇ ਸੰਡੇ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਹੈ, ਲੋਕ ਉੱਥੇ ਫਨ ਕਰਦੇ ਆ ਲੇਕਿਨ ਉਸ ਤੋਂ ਬਾਅਦ ਆਪਣਾ ਜਿਹੜਾ ਉਹਨੂੰ ਕੈਰੀ ਨਹੀਂ ਕਰਦੇ ਜੋ ਗਾਰਬੇਜ ਹੈਗਾ। ਸੋ ਇਹਦੇ ਵਾਸਤੇ ਕੀ ਐਫਰਟ ਹੋ ਸਕਦੇ ਹਨ ਤੁਸੀਂ? ਐਕਚੁਅਲੀ ਮਿਕਸ ਆਫ ਬੋਥ ਜੀ। ਸੈਂਸਿਟਾਈਜੇਸ਼ਨ ਦੀ ਵੀ ਬਹੁਤ ਜ਼ਰੂਰਤ ਹੈ ਤੇ ਲॉज ਦੀ ਵੀ ਜ਼ਰੂਰਤ ਹੈ। ਜੇ ਅਸੀਂ कोई ऐसा फाइन या ऐसा कुछ नहीं लेके आएंगे तो उसका डेटरेंस खत्म हो जाता है। जैसे चाणक्य नीति में कहा जाता है कि डरना भी जरूरी होता है। तो सिर्फ सेंसिटाइजेशन से कभी कभी काम नहीं होता है। फाइन्स वगैरह मुझे लगता है कि दीज आर नीडेड टू, मतलब इस चीज को और स्ट्रॉन्ग कर सकता है कि एक जगह को आप यूज भी करें एंड प्लस उसकी सेरेनिटी को भी मेंटेन करें। फॉर एग्जांपल मैं बताती हूँ, अगर आप ये होशियारपुर तो खैर अभी काफी छोटी जगह है। मेरा ट्रेनिंग सेंटर मसूरी में था। सैटरडे संडे यू कुड नॉट इवन वॉक, वहाँ पे इतनी भीड़ होती थी। वहाँ पे सेंसिटाइजेशन प्रोग्राम्स बहुत होते थे, लेकिन फिर भी वी कुड सी रास्ते में कोई भी गाड़ी अगर पास कर रही है, दे यूज्ड टू थ्रो बॉटल्स आउटसाइड। वो इसलिए होता है क्योंकि हमारे पास उस चीज को रोकने के लिए कोई डेटरेंस नहीं है। सिमिलरली अगर हम चंडीगढ़ में जाए, वहां पे आपको ये उतना कॉमन नहीं दिखेगा क्योंकि वहां पे एक डेटरेंस फैक्टर है। एंड इवन जैसे कि चंडीगढ़ का ट्रैफिक मॉडल मैंने देखा है जो फेसलेस है, मतलब यू कैन नॉट नेगोशिएट विद अ पर्सन स्टैंडिंग इन फ्रंट ऑफ यू जो आपका फाइन काट रहा है। आई थिंक दिस टाइप ऑफ थिंग मेक्स इट मोर व्हाट इज इट मेक्स इट मोर स्ट्रॉन्ग। आपका ये पूरे द ਲਾਅ ਐਨਫੋਰਸਮੈਂਟ ਜਿਹੜਾ ਹੈਗਾ ਇਸ ਨੂੰ पूरा ਅਗਰ ਪ੍ਰੋਪਰ ਜੀ प्रॉपर हो जाए। ਸਰ ਤੁਹਾਡੇ ਕੋਲੋਂ ਮੈਂ ਚੁੱਕੇ ਇਸ ਵੇਲੇ ਸਕਿੱਲ ਡਿਵੈਲਪਮੈਂਟ ਦੀ ਬਹੁਤ ਗੱਲ ਹੁੰਦੀ ਹੈ, ਯੂਥ ਇੰਪਾਵਰ ਕਰਨਾ, ਤੇ ਇਹਦੇ ਵਾਸਤੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਨੇ ਵੀ ਸਕਿੱਲ ਡਿਵੈਲਪਮੈਂਟ ਤੇ ਬਹੁਤ ਜ਼ੋਰ ਦਿੱਤਾ। ਕੀ ਤੁਹਾਨੂੰ ਇੰਡਸਟਰੀ ਨੂੰ ਇਹੋ ਜਿਹੇ ਸਕਿੱਲਡ ਵਰਕਰ ਮਿਲ ਪਾਉਂਦੇ ਜਿੱਦਾਂ ਦੀ ਤੁਹਾਨੂੰ ਲੋੜ ਹੈ, ਜਾਂ ਤੁਸੀਂ ਐਜੂਕੇਸ਼ਨ ਇੰਸਟੀਟਿਊਸ਼ਨਸ ਦੇ ਨਾਲ ਕੋਈ ਟਾਈ ਅਪ ਤੁਹਾਡਾ ਜਿਸ ਵਿੱਚ ਜਿੱਦਾਂ ਦੀ ਤੁਹਾਡੀ ਰਿਕੁਆਇਰਮੈਂਟ ਉਸ ਤਰੀਕੇ ਨਾਲ ਉਹ ਬੱਚੇ ਟ੍ਰੇਨਡ ਕਰਕੇ ਦੇਣ, ਕਿੱਦਾਂ ਦਾ ਬ੍ਰਿਜ ਜਿਹੜਾ ਤੁਸੀਂ ਉਹ ਬਿਲਡ ਕਰਦੇ ਹੋ? ਇਸ ਤਰ੍ਹਾਂ ਸਾਨੂੰ ਸਕਿਲਡ ਲੇਬਰ ਦੀ ਜਾਂ ਸਕਿਲਡ ਪਰਸਨਸ ਦੀ ਜ਼ਰੂਰਤ ਪੈਂਦੀ ਹੈ। ਉਹਦੇ 'ਚ ਕੀ ਹੈ ਕਿ ਕੁਛ ਤਾਂ ਸਾਨੂੰ ਇੰਸਟੀਟਿਊਟ ਜਿਸ ਤਰ੍ਹਾਂ ਸਾਡੇ ITI ਹੈ, ਇੰਡਸਟਰੀ ਡਿਪਾਰਟਮੈਂਟ ਦੇ ਬਿਲਕੁਲ ਆਪੋਜ਼ਿਟ ਹੈ, ਉਹ ਤੋਂ ਟ੍ਰੇਨਡ ਹੋ ਕੇ ਬੱਚੇ ਕੁਛ ਅਸੀਂ ਹਾਇਰ ਕਰਦੇ ਉਹਨਾਂ ਨੂੰ, ਅਤੇ ਕੁਛ ਬੱਚੇ ਮਤਲਬ ਐਕਸਪੈਕਟ ਕਰਦੇ ਆ ਕਿ ਸਾਨੂੰ ਮਤਲਬ ਕਿ ਜਿਹੜੀ ਜੋਬ ਹੈ ਉਹ ਨਿਕਲਦੇ ਸਾਰੇ ਹੀ ਬਹੁਤ ਹਾਇਰ ਲੈਵਲ ਦੀ ਮਿਲ ਜਾਏ, ਅਤੇ ਉਹ ਬੱਚੇ ਅਸੀਂ ਨਹੀਂ ਕੈਚ ਕਰ ਪਾਉਂਦੇ। ਅਤੇ ਉਹਦੇ 'ਚ ਕੀ ਹੈ ਕਿ ਅਸੀਂ ਕੁਛ ਉਹਨਾਂ ਦੇ ਨਾਲ ਜਿਹੜੇ ਬੱਚੇ ਆਪਾਂ ਉੱਥੋਂ ਹਾਇਰ ਕਰਦੇ ਹਾਂ, ਉਹਨਾਂ ਦੇ ਨਾਲ ਕੁਛ ਆਪਾਂ ਅਨਸਕਿਲਡ ਬੰਦੇ ਉਹਨਾਂ ਨਾਲ ਅਟੈਚ ਕਰਕੇ ਉਹਨਾਂ ਨੂੰ ਵੀ ਉਸ ਲੈਵਲ ਦੀ ਸਕਿਲਿੰਗ ਦੇਣ ਦੀ ਕੋਸ਼ਿਸ਼ ਕਰੀਦੀ ਹੈ ਕਿ ਮਤਲਬ ਕਿ ਸਾਡਾ ਕੰਮ ਵੀ ਚੱਲਿਆ ਜਾਵੇ ਅਤੇ ਇੰਪਲੋਇਮੈਂਟ ਵੀ ਜਨਰੇਟ ਹੋਵੇ ਈਜ਼ੀ। ਬਟ ਹਰੇਕ ਬੰਦਾ, ਮੈਂ ਤਾਂ ਇਹ ਚਾਹਾਂਗਾ ਕਿ ਹਰੇਕ ਬੰਦਾ ਜਿਹੜਾ ਬੱਚਾ ਪੜ੍ਹ ਗਿਆ ਉਹਨੂੰ ਥੋੜ੍ਹਾ ਜਿਹਾ ਆਪਣਾ ਸਮਾਲ ਸਕੇਲ ਇੰਡਸਟਰੀ ਟਾਈਪ ਕੰਮ ਵੀ ਕਰਨਾ ਚਾਹੀਦਾ, ਜਿਹਦੇ ਨਾਲ ਕਿ ਇੰਪਲੋਇਮੈਂਟ, ਨੋ ਡਾਊਟ ਕਿ ਗੌਰਮੈਂਟ ਬਹੁਤ ਐਫਰਟਸ ਕਰ ਰਹੇ ਆ ਕਿ ਆਪਣਾ ਇੰਪਲੋਇਮੈਂਟ ਜਨਰੇਟ ਕੀਤੀ ਜਾਵੇ। ਬਟ ਹਰੇਕ ਬੰਦਾ, ਇੰਨੀ ਵੱਡੀ ਇੰਡੀਆ ਸਾਡੀ ਕੰਟਰੀ ਹੈ, ਬਹੁਤ ਪਾਪੂਲੇਸ਼ਨ ਹੈ, ਸਾਰਿਆਂ ਨੂੰ ਇੰਨੀ ਜਨਰੇਸ਼ਨ ਨੂੰ ਅਸੀਂ ਇੰਪਲੋਇਮੈਂਟ ਦੇ ਵੀ ਨਹੀਂ ਸਕਦੇ, ਅਤੇ ਕੁਛ ਦਿਮਾਗ ਦੇ ਵਿੱਚ ਨਵੇਂ ਯੂਥ ਦੇ ਵੀ ਹੋਣਾ ਚਾਹੀਦਾ ਕਿ ਆਪਾਂ ਸਮਾਲ ਸਕੇਲ ਇੰਡਸਟਰੀ ਨੂੰ ਵੱਲ ਧਿਆਨ ਜਾਵੇ। ਉਹ ਛੋਟੇ ਛੋਟੇ ਪ੍ਰੋਡਕਟ ਮਤਲਬ ਇੰਡਸਟਰੀ ਡਿਪਾਰਟਮੈਂਟ ਤੋਂ ਗਾਈਡੈਂਸ ਦੇ ਲੈ ਕੇ ਅਤੇ ਉਹਨੂੰ ਆਪਣਾ ਡਿਵੈਲਪ ਕਰਕੇ ਆਪਣਾ ਬਿਜ਼ਨਸ ਖੁਦ ਦਾ ਕੀਤਾ ਜਾਵੇ, ਤਾਂ ਕਿ ਆਪਣਾ ਗੌਰਮੈਂਟ 'ਤੇ ਵੀ ਬਹੁਤ ਜ਼ਿਆਦਾ ਪ੍ਰੈਸ਼ਰ ਨਾ ਬਣੇ ਅਤੇ ਸੈਲਫ ਇੰਪਲੋਈ ਹੋ ਕੇ ਉਹ ਨੌਕਰੀ ਲੈਣ ਵਾਲੇ ਨਹੀਂ, ਅਸੀਂ ਦੇਣ ਵਾਲੇ ਜਿਹੜੇ ਆ ਉਹ ਯੂਥ ਜਿਹੜਾ ਬਣ ਸਕੇ। ਮੈਡਮ ਚੂੰਕਿ ਅਸੀਂ ਜਦੋਂ ਵਿਕਾਸ ਦੇ ਮਾਡਲ ਦੀ ਗੱਲ ਕਰਦੇ, ਪੰਜਾਬ ਐਗਰੀਕਲਚਰ ਸਟੇਟ ਹੈਗੀ ਹੈ, ਸੋ ਇੱਥੇ ਅਸੀਂ ਦੇਖਦੇ ਹਾਂ ਕਿ ਜਦੋਂ ਖੇਤੀਬਾੜੀ ਪ੍ਰੋਡਕਟ ਤਿਆਰ ਕਰਨਾ ਅਤੇ ਉਹਦੇ ਵਿੱਚ ਬਹੁਤ ਜ਼ਿਆਦਾ ਖਾਦਾਂ ਦਾ ਇਸਤੇਮਾਲ ਹੋਣਾ, ਸਸਟੇਨੇਬਲ ਜਦੋਂ ਅਸੀਂ ਇਹਦੀ ਗੱਲ ਕਰਦੇ ਕਿ ਔਰਗੈਨਿਕ ਫਾਰਮਿੰਗ
ਵਾਇਬਲ ਹੋ ਸਕਦੇ ਆ? ਐਡਮਿਨਿਸਟ੍ਰੇਟਿਵ ਆਫਿਸਰ ਜਿਹੜਾ ਹੈਗਾ ਉਹਦਾ ਇਹਦੇ ਵਿੱਚ ਕਿੰਨਾ ਕੁ ਕੰਟਰੀਬਿਊਟ, ਮਤਲਬ ਕਿ ਉਹ ਅਗਰ ਇਸ ਚੀਜ਼ਾਂ ਨੂੰ ਸਾਰੀਆਂ ਨੂੰ ਸਮਝਦਾ ਹੈ ਤਾਂ ਕਿੰਨਾ ਕੁ ਮੋਟੀਵੇਟ ਕਰ ਸਕਦਾ? ਆਰਗੈਨਿਕ ਫਾਰਮਿੰਗ ਦਾ ਸਭ ਤੋਂ ਬੜਾ ਬੋਟਲਨੈਕ ਹੋ ਜਾਂਦਾ ਹੈ ਉਹਨਾਂ ਦੀ ਇਨੀਸ਼ੀਅਲ ਕਾਸਟ, ਜੀ ਕਿਉਂਕਿ ਆਰਗੈਨਿਕ ਫਾਰਮਿੰਗ ਦੀ ਇਨੀਸ਼ੀਅਲ ਕਾਸਟ ਵੱਧ ਹੁੰਦੀ ਹੈ। ਅਸੀਂ ਇੱਕ ਵਾਰ ਗਏ ਸੀ ਗੁਜਰਾਤ, ਉੱਥੋਂ ਅਸੀਂ ਇੱਕ ਫਾर्मर से मिलिया सी। उन्होंने अपना फार्मिंग पहले वो ऑर्गेनिक नहीं करते थे, ही शिफ्टेड, लेकिन वो जो एक टाइमिंग है जिसमें उनको प्रॉफिट आना शुरू हुआ, इट इज अ लॉन्ग 4 to 5 years। तो दो इट इज वेरी गुड, बट ये हो जाता है कि आप फार्मर्स को, जैसे हमारे पंजाब में दोनों फार्मर्स ही हैं जो कि बहुत ही ज्यादा अमीर है, वैसे भी हैं, और मिडिल स्केल वाले फार्मर्स भी है। तो आई थिंक जो मिडिल स्केल वाले फार्मर्स है उन्हें अगर गवर्नमेंट इनिशियल सीड फंडिंग दे दे फॉर ऑर्गेनिक फार्मिंग, आई थिंक वो सस्टेनेबिलिटी पे भी हेल्प करेगी। नॉट इवन दैट, वो फार्मर्स की इनकम भी बढ़ाएगी, जी बिकॉज जो ऑर्गेनिक फ्रूट होते हैं, फॉर एग्जांपल मैं जहाँ गई थी वहाँ पे वो ड्रैगन फ्रूट ग्रो कर रहे थे, उनकी शेल्फ लाइफ ज़्यादा होती है। तो आप अगर ऐसे पेरिशेबल आइटम्स जो हमारे पंजाब में, मतलब होशियारपुर को अगर मैं लूँ, इट इज़ अ वेरी फर्टाइल प्लेस। यहाँ पे हॉर्टिकल्चर के बहुत एवेन्यूज़ हैं, और यहाँ पे ऑर्गेनिक फार्मिंग अगर हो, उस पेरिशेबल आइटम्स को हम काफ़ी दूर पहुँचा सकते हैं, क्योंकि उसकी शेल्फ लाइफ ज़्यादा हो। ਜੀ ਜਿਹੜੇ ਇਹ ਫੈਸਟ ਲੱਗਦੇ ਆ ਜਦੋਂ ਅਸੀਂ ਸਾਰਸ ਫੈਸਟ ਹੈ, ਇਹ ਕਿੰਨੀ ਕੁ ਵੱਡੀ ਮਾਰਕੀਟ ਪ੍ਰੋਵਾਈਡ ਕਰ ਪਾਉਂਦਾ ਜਿਹੜੀ ਸਾਡੀ ਹੈਂਡੀਕ੍ਰਾਫਟ ਹੈ, ਜਾਂ ਇਹੋ ਜਿਹੜੇ ਪ੍ਰੋਡਕਟਸ ਹੈਗੇ ਜਿਹੜੇ ਅਸੀਂ ਜੈਮਸ ਹੋ ਗਏ, ਫਰੂਟਸ ਹੋ ਗਏ, ਜਿਹੜੇ ਸਾਡੀ ਇਸ ਬੈਲਟ ਦੇ ਵਿੱਚ ਪ੍ਰੋਡਿਊਸ ਕਰਦਾ ਕਿਸਾਨ, ਤੁਸੀਂ ਕਿਸ ਤਰੀਕੇ ਨਾਲ ਸੋਚਦੇ ਕਿੱਡਾ ਪਲੇਟਫਾਰਮ ਜਿਹੜਾ ਮਿਲ ਪਾਉਂਦਾ? आई फील ਵਧੀਆ ਪਲੇਟਫਾਰਮ ਹੈ ਕਿਵੇਂ ਕਿ ਮੈਂ ਪੰਜਾਬ ਪਹਿਲੀ ਵਾਰ ਆਈ, ਮੈਨੂੰ ਨਹੀਂ ਪਤਾ ਹੈ ਕਿ ਕਿੱਥੇ ਕੀ ਮਿਲਦਾ ਹੈ। ਮੈਨੂੰ ਆਪਣੇ ਡਿਸਟ੍ਰਿਕਟ ਦਾ ਵੀ ਜਾਣਨੇ में ਕਾਫੀ ਦਿਨ ਲੱਗ ਗਿਆ ਕਿ ਇੱਥੇ ਇਹ ਪ੍ਰੋਡਕਟ ਜ਼ਿਆਦਾ ਵਧੀਆ ਮਿਲਦਾ ਹੈ। ਜਦੋਂ ਵੀ ਅਸੀਂ ऐसा कोई फेस्ट, नेचर फेस्ट हो गया, सरस मेला जैसी चीज दस रहे हो, ऐसा कुछ जब हम करते हैं तो नॉट जस्ट पंजाब के लोग बट बाहर के भी लोग आके हमारे प्रोडक्ट को देख सकते हैं। हमारे होशियारपुर का एक बहुत फेमस वुडन वर्क है, वुड इनले वर्क, वो भी मुझे तब पता चला जब मैं होशियारपुर में आई। इन फेस्ट से ये हो पाएगा कि हम अगर बाहर से डिग्नेटरीज बुला रहे हैं, बाहर से अगर हम इम्पोर्टर्स बुला रहे हैं, तो दे कैन देमसेल्फ सी है, दे कैन मतलब एक चीज होता है ना, हैंडीक्राफ्ट एक ऐसी चीज होती है कि जब तक आप उसको खुद से देखेंगे नहीं, यू कैन नॉट अप्रिशिएट द ब्यूटी ऑफ इट। तो वो जब बाहर से लोगों को इस चीज का एक्सपोजर होता है, आई थिंक यहाँ का एक्सपोर्ट पोटेंशियल बढ़ जाता है। ਜੀ ਸਰ, ਜਿਸ ਤਰ੍ਹਾਂ ਤੁਸੀਂ ਜ਼ਿਕਰ ਕਰਦੇ ਪਏ ਸੀ ਆਪਾਂ ਕਿ ਸਕਿਲਡ ਵਰਕਰ ਜਿਹੜਾ ਉਹ ਸਾਨੂੰ ਮਿਲ ਰਿਹਾ, ਔਰ ਅਸੀਂ ਰੁਜ਼ਗਾਰ ਦੇਣ ਵਾਲਾ ਯੂਥ ਹੋਣਾ ਚਾਹੀਦਾ ਹੈ। ਜਦੋਂ ਰੁਜ਼ਗਾਰ ਦੇਣ ਦੀ ਗੱਲ ਆਉਂਦੀ ਹੈ ਤਾਂ ਇੱਕ ਐਂਟਰਪ੍ਰੀਨਿਓਰਸ਼ਿਪ ਜਿਹੜੀ ਯੁਵਾ ਦੇ ਵਿੱਚ ਹੋਣੀ ਚਾਹੀਦੀ ਹੈ। ਉਹਨੂੰ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਉਹਦੇ ਕੋਲ ਫਾਈਨਾਂਸ ਨਹੀਂ ਹੈਗਾ ਜਾਂ ਪੈਸੇ ਨਹੀਂ ਹੈਗੇ ਔਰ ਆਈਡੀਆ ਹੈਗਾ। ਸਟਾਰਟਅਪ ਸਕੀਮ ਜਿਹੜੀਆਂ ਬਹੁਤ ਜ਼ਿਆਦਾ ਭਾਰਤ ਸਰਕਾਰ ਨੇ ਜਿਹੜੀਆਂ ਉਸ ਨੂੰ ਮੋਟੀਵੇਟ ਕੀਤਾ। ਤੁਸੀਂ ਇਹਨਾਂ ਸਕੀਮਸ ਨੂੰ ਕਿੱਦਾਂ ਦੇਖਦੇ ਹੋ, ਔਰ ਕੁਛ ਐਸੀ ਐਗਜ਼ਾਮਪਲ ਵੀ ਅਗਰ ਸ਼ੇਅਰ ਕਰ ਸਕੋ ਸਾਡੇ ਦਰਸ਼ਕਾਂ ਨਾਲ? ਇਸ ਤਰ੍ਹਾਂ ਜੀ, ਮਤਲਬ ਪੰਜਾਬ ਗਵਰਨਮੈਂਟ ਨੇ ਵੀ ਔਰ ਸੈਂਟਰਲ ਗਵਰਨਮੈਂਟ ਨੇ ਤਾਂ ਬਹੁਤ ਜ਼ਿਆਦਾ ਸਕੀਮਸ ਲਾਂਚ ਕੀਤੀਆਂ ਹੋਈਆਂ, ਜੀ ਤੇ ਉਹਦੀ ਜ਼ਿਆਦਾ ਅਵੇਅਰਨੈਸ ਲਈ ਤੇ ਇੰਡਸਟਰੀ ਡਿਪਾਰਟਮੈਂਟ ਨੂੰ ਕੰਟੈਕਟ ਕੀਤਾ ਜਾ ਸਕਦਾ। ਔਰ ਜਿਹਦੇ ਕੋਲ ਕਿਸੇ ਯੂਥ ਦੇ ਕੋਲ ਆਈਡੀਆਜ਼ ਹੈ, ਉਹ ਆਪਣੇ ਆਈਡੀਆਜ਼ ਦੀ ਇੱਕ ਬਣਾ ਕੇ ਸਿਸਟਮ ਅਤੇ ਉਹਨੂੰ ਉੱਥੇ ਇੰਡਸਟਰੀ ਡਿਪਾਰਟਮੈਂਟ ਨੂੰ ਆਪਣਾ ਸ਼ੇਅਰ ਕਰੇ ਆਈਡੀਆ, ਅਤੇ ਉਹਦੇ ਅਗੇਂਸਟ ਗਵਰਨਮੈਂਟ ਨੇ ਬਹੁਤ ਪਾਲਿਸੀਜ਼ ਬਣਾਈਆਂ ਹੋਈਆਂ ਕਿ ਉਹਦੇ ਅਗੇਂਸਟ ਕੋਈ ਫੰਡ ਦੀ ਕੋਈ ਦਿੱਕਤ ਹੈ ਜਾਂ ਆਪਣਾ ਪ੍ਰੋਜੈਕਟ ਰਿਪੋਰਟ ਬਣਾ ਕੇ ਲੈ ਕੇ ਜਾਵੇ ਕਿ ਇਹ ਸਾਡਾ ਪ੍ਰੋਜੈਕਟ ਹੈ, ਇਹ ਪ੍ਰੋਜੈਕਟ ਸਾਨੂੰ ਇਸ ਚੀਜ਼ ਲਈ ਆਪਣੀ ਸਟੇਟ ਨੂੰ ਇਹਦਾ ਇਹ ਬੈਨੀਫਿਟ ਹੈ ਜਾਂ ਇਹਦੇ ਵਿੱਚ ਅਰਨਿੰਗ ਇਸ ਟਾਈਪ ਦੀ ਹੈ, ਆਪਣੀ ਪੂਰੀ ਪ੍ਰੋਜੈਕਟ ਰਿਪੋਰਟ ਬਣਾ ਕੇ ਲੈ ਕੇ ਜਾਵੇ। ਉਹਦੇ ਅਗੇਂਸਟ ਲੋਨ ਪ੍ਰੋਵਾਈਡ ਕਰਦੀ ਹੈ ਗਵਰਨਮੈਂਟ, ਔਰ ਸੈਂਟਰਲ ਗਵਰਨਮੈਂਟ ਨੇ ਬਹੁਤ ਜ਼ਿਆਦਾ ਇਸ ਚੀਜ਼ ਨੂੰ ਵਧਾਉਣ ਵਾਸਤੇ ਸਕੀਮਸ ਦਿੱਤੀਆਂ ਹੋਈਆਂ। ਉਹਦੀ ਪੂਰੀ ਜਾਣਕਾਰੀ ਸਾਰੀ ਅਵੇਅਰ ਹੋਣ ਦੀ ਲੋੜ ਹੈ। ਇੰਡਸਟਰੀ ਡਿਪਾਰਟਮੈਂਟ ਦੇ ਕੋਲ ਸਾਰੀ ਜਾਣਕਾਰੀ ਹੈ, ਉਹਨੂੰ ਬਸ ਯੂਥ ਨੂੰ ਉਹ ਤੋਂ ਕੈਪਚਰ ਕਰਨ ਦੀ ਜ਼ਰੂਰਤ ਹੈ ਕਿ ਉੱਥੋਂ ਜਾ ਕੇ ਲਵੇ ਔਰ ਲੈ ਕੇ ਤੇ ਆਪਣਾ ਸਾਰਾ ਅੱਗੇ ਪ੍ਰੋਸੈਸ ਚਲਾਵੇ।
ਸੋ ਅਸੀਂ ਦੇਖਦੇ ਹਾਂ ਕਿ ਬਹੁਤ ਸਾਰਾ ਯੂਥ ਜਿਹੜਾ ਉਹ ਜਸਟ ਇੱਕ ਆਈਡੀਆ ਦੇ ਨਾਲ ਹੀ ਅੱਜ ਬਹੁਤ ਵੱਡੇ ਐਮਪਾਇਰ ਉਹਨਾਂ ਨੇ ਐਸਟੈਬਲਿਸ਼ ਕੀਤੇ ਔਰ ਬਹੁਤ ਸਾਰੀਆਂ ਸਕੀਮਸ ਭਾਰਤ ਸਰਕਾਰ ਦੀਆਂ ਸਟਾਰਟਅਪਸ ਜਿਹੜੇ ਇਨੀਸ਼ੀਏਟਿਵਸ ਅਸੀਂ ਲੈ ਸਕਦੇ ਮੈਨੂੰ ਕਈ ਵਾਰੀ ਅਸੀਂ ਦੇਖਦੇ ਹਾਂ ਗਾਈਡੈਂਸ ਦੀ ਕਮੀ ਇੱਕ ਬਹੁਤ ਵੱਡਾ ਫੈਕਟਰ ਹੁੰਦਾ ਲਾਈਫ ਦੇ ਵਿੱਚ ਤੁਸੀਂ ਕਿਸ ਤਰੀਕੇ ਦਾ ਰੋਲ ਆਫ ਪੇਰੈਂਟਸ ਨੂੰ ਕਿੱਦਾਂ ਦੇਖਦੇ ਹੋ ਤੁਹਾਡੀ ਲਾਈਫ 'ਚ ਇਹ ਚੀਜ਼ਾਂ ਨੇ ਕਿੱਡੀ ਕੁ ਵੱਡੀ ਭੂਮਿਕਾ ਬਣਾਈ ਗਾਈਡੈਂਸ ਦੀ ਮੈਨੂੰ ਲੱਗਦਾ ਹੈ ਕਿ ਮੇਰੇ ਲਾਈਫ ਵਿੱਚ ਤਾਂ ਬਹੁਤ ਵੱਡੀ ਭੂਮਿਕਾ ਰਹੀ ਹੈ। ਮੈਂ ਆਪਣੇ ਫੈਮਿਲੀ ਦੀ ਪਹਿਲੀ ਬਿਊਰੋਕਰੈਟ ਹੂੰ। ਤੋ ਮੇਰੇ ਡੈਡੀ ਜੀ ਨੂੰ ਲੱਗਦਾ ਤਾ ਕਿ ਹਾਂ ਇਹਨਾਂ ਨੂੰ UPSC ਲਈ ਪ੍ਰਿਪਰੇਸ਼ਨ ਕਰਨਾ ਚਾਹੀਦਾ ਹੈ ਬਟ ਮੇਰੇ ਆਲੇ ਦੁਆਲੇ ਕੋਈ ਵੀ ਐਸੇ ਨਹੀਂ ਥੇ ਜੇ ਕਿ UPSC ਵਿੱਚ ਪ੍ਰਿਪੇਅਰ ਹੋਇਆ ਸੀ ਜਿਨ੍ਹਾਂ ਨੇ ਕ੍ਰੈਕ ਕਰਿਆ ਸੀ। ਤੋ ਉਹ ਮੈਨੂੰ ਨਾ 4 साल का लंबा टाइम लग गया। हर साल मैं अपना स्ट्रैटेजी चेंज करती थी, कभी मैंने ऑप्शनल चेंज किया, कभी मैंने पढ़ने का तरीका चेंज किया। जे एक गाइडेंस होती है तो ये हो जाता है कि एक बच्चा इस चीज़ से फ्री हो जाता है कि स्ट्रैटेजी सामने वाले मुझे गाइड करेंगे, मैं उसके हिसाब से। एक टीचर का तो हमेशा भूमिका रहा ही है, कभी मतलब अर्जुन बिना द्रोणाचार्य के कैसे अर्जुन। तो मुझे लगता है कि गाइडेंस इवन आज भी स्कूल्स में आई फील कि मेरे टाइम में तो करियर काउंसलिंग का कोई कंसेप्ट नहीं था। तो इसलिए हमारे टाइम ये हो जाता था कि या तो इंजीनियरिंग करना है या तो डॉक्टर करना। ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਤੁਹਾਡੀ ਫੈਮਿਲੀ ਦੇ ਵਿੱਚ ਯੂ ਆਰ ਦ ਫਰਸਟ ਬਿਊਰੋਕਰੈਟ ਤੇ ਮੋਟੀਵੇਸ਼ਨ ਜਾਂ ਕਿੱਥੋਂ ਆਈਡੀਆ ਕਿੱਥੋਂ ਆਇਆ ਕਿ ਯੂ ਹੈਵ ਟੂ क्रैक UPSC मोटिवेशन मेरे फादर साहब थे। उनको हमेशा से था कि वो भी किसी टाइम विच करना चाहते थे बट फैमिली प्रेशर थे, फाइनेंशियल प्रेशर दे ਲਈ कभी तैयारी नहीं कर सके। तो ਉਹਨਾਂ ਨੂੰ ਹਮੇਸ਼ਾ ਲੱਗਦਾ था कि मेरी बच्ची इस एग्ज़ाम ਲਈ थोड़ी सी प्रिपरेशन करे बट मेरा कुछ और थिंकिंग था। मुझे थोड़ा सा एंटरप्रेन्योरशिप में ज़्यादा जाना था ਜੀ बट दैट डिडंट वर्क आउट बट व्हाटएवर वर्क्स फॉर गुड ओनली। आई एम लाइक ग्लैड कि वो नहीं काम हो पाया तो आज यहाँ पे ਤੁਸੀਂ ਦੂਸਰੇ ਐਂਟਰਪ੍ਰੀਨਿਓਰਸ ਨੂੰ ਮੋਟੀਵੇਟ ਕਰ ਸਕਦੇ ਜੀ ਸਰ ਮੈਂ ਤੁਹਾਡੇ ਕੋਲੋਂ ਕਿਉਂਕਿ ਫਿਊਚਰ ਐਂਟਰਪ੍ਰੀਨਿਓਰਸ ਜਿਹੜੇ ਆਪਣੇ ਬਿਜ਼ਨਸ 'ਚ ਆਉਣਾ ਚਾਹੁੰਦੇ ਕੰਮ ਕਰਨਾ ਚਾਹੁੰਦੇ ਆਪਣਾ ਕੰਮ ਖੋਲ੍ਹਣਾ ਚਾਹੁੰਦੇ ਆ ਤੁਸੀਂ ਉਹਨਾਂ ਯੂਥ ਨੂੰ ਕੀ ਗਾਈਡ ਕਰਨਾ ਚਾਹੋਗੇ ਕਿ ਉਹਨਾਂ ਲਈ ਟਿਪਸ ਹੋਣੀਆਂ ਚਾਹੀਦੀਆਂ ਕਿ ਉਹ ਬਿਜ਼ਨਸ ਵਿੱਚ ਉਹ ਐਂਟਰ ਕਰਨ ਔਰ ਉਸ ਨੂੰ ਗਰੋ ਕਰਨ ਤੁਸੀਂ ਆਪਣੇ ਐਕਸਪੀਰੀਅੰਸ ਦੇ ਨਾਲ ਕਿਸ ਤਰੀਕੇ ਨਾਲ ਫਿਊਚਰ ਬਿਜ਼ਨਸਮੈਨ ਜਿਹੜੇ ਉਹਨਾਂ ਨੂੰ ਗਾਈਡ ਕਰੋ ਸਟਾਰਟਿੰਗ ਤੇ ਉਹਨਾਂ ਦੇ ਦਿਮਾਗ ਦੇ ਵਿੱਚ ਇਹੀ ਚੀਜ਼ ਚਾਹੀਦੀ ਹੈ ਕਿ ਮੈਂ ਆਪਣਾ ਬਿਜ਼ਨਸ ਕਰਨਾ ਔਰ ਉਹ ਬਿਜ਼ਨਸ ਕਰਨ ਵਾਸਤੇ ਉਹਨੂੰ ਐਫਰਟਸ ਲਗਾਉਣੇ ਪੈਣਗੇ ਥੋੜ੍ਹੇ ਜਿਹੇ ਕੁਛ ਉਹਨੂੰ ਆਪਣੀ ਸਟੱਡੀ ਦੇਖਣੀ ਪਏਗੀ ਕਿ ਸਟੱਡੀ ਕਿਸ ਟਾਈਪ ਦੀ ਉਹ ਕਰ ਰਿਹਾ ਠੀਕ ਹੈ ਅਤੇ ਉਹਦੇ ਵਿੱਚ ਉਹਨੂੰ ਥੋੜ੍ਹਾ ਇੰਟਰਸਟ ਆਪਣੀ ਸਟੱਡੀ ਦੇ ਨਾਲ ਇੰਡਸਟਰੀ ਦੇ ਵਿੱਚ ਵੀ ਦੇਣਾ ਪਏਗਾ ਅਤੇ ਉਹ ਇੰਡਸਟਰੀ ਦੇ ਜਿਹੜੇ ਉਹਨਾਂ ਨੂੰ ਸਾਰੀ ਜਾਣਕਾਰੀ ਹੋ ਜਾਏਗੀ ਕਿ ਮੈਂ ਇੰਡਸਟਰੀ ਇੱਕ ਲਗਾ ਸਕਦਾ ਛੋਟੇ ਲੈਵਲ ਤੋਂ ਇੱਕ ਸਟਾਰਟ ਕਰਕੇ ਵੱਡਾ ਸੈਟਅਪ ਕਰ ਸਕਦਾ ਅਤੇ ਉਹਦੇ ਵਾਸਤੇ ਸਾਡੀ ਗੌਰਮੈਂਟ ਨੇ ਇੰਡਸਟਰੀ ਡਿਪਾਰਟਮੈਂਟ ਦੇ ਵਿੱਚ ਸਾਡੇ ਇੱਦਾਂ ਦੇ ਬੰਦੇ ਬੈਠੇ ਆ ਜਿਹੜੇ ਉਹਨਾਂ ਨੂੰ ਗਾਈਡ ਕਰ ਸਕਦੇ ਆ ਅਤੇ ਉਹਦਾ ਇੱਕ ਇੰਟਰਸਟ ਹੋਣਾ ਚਾਹੀਦਾ ਕਿ ਮੈਂ ਕਿਸ ਫੀਲਡ ਦੇ ਵਿੱਚ ਜਾਣਾ ਚਾਹੁੰਦਾ ਕਿ ਕਿਸ ਟਾਈਪ ਦੀ ਇੰਡਸਟਰੀ ਲਗਾਉਣਾ ਚਾਹੁੰਦਾ ਮਤਲਬ ਕਿ ਡਿਫਰੈਂਟ ਕਾਫੀ ਪ੍ਰੋਡਕਟਸ ਹੈ ਜਿਹੜੇ ਪੰਜਾਬ ਦੇ ਵਿੱਚ ਬਣਦੇ ਆ ਸਾਡੀ ਪੰਜਾਬ ਜਿਸ ਤਰ੍ਹਾਂ ਜਲੰਧਰ ਹੱਬ ਹੈ ਪੂਰੀ ਸਪੋਰਟਸ ਦੀ ਹੌਜ਼ਰੀ ਦੀ ਹੱਬ ਹੈ ਸਾਰੀ ਲੁਧਿਆਣੇ ਦੀ ਔਰ ਹੁਸ਼ਿਆਰਪੁਰ ਦੇ ਵਿੱਚ ਸਾਡੇ ਇੱਕ ਬਹੁਤ ਵੱਡਾ ਯੂਨਿਟ ਹੈ ਜਿਸ ਤਰ੍ਹਾਂ ਸੋਨਾਲੀਕਾ ਵਾਲੇ ਇਹਨਾਂ ਦੇ ਇਨਸੈਨਰੀ ਯੂਨਿਟ ਜਿਹੜੇ ਹੈਗੇ ਆ ਸਾਡੇ ਹੁਸ਼ਿਆਰਪੁਰ 'ਚ ਕਾਫੀ ਹੈ ਇਹ ਪੂਰਾ ਵਰਲਡ ਵਾਈਡ ਇਹਨਾਂ ਦਾ ਨਾਮ ਹੈ ਪੂਰਾ 25 ਕੰਟਰੀਜ਼ ਦੇ ਵਿੱਚ ਇਹਨਾਂ ਦਾ ਮਾਲ ਜਾ ਰਿਹਾ ਅਗਰ ਇਹਨਾਂ ਦੇ ਨਾਲ ਹੀ ਰਿਲੇਸ਼ਨ ਬਣਾ ਕੇ ਇਹਨਾਂ ਦੇ ਕੋਈ ਪ੍ਰੋਡਕਟ ਉਹ ਬਣਾ ਸਕਣ ਤਾਂ ਬਹੁਤ ਜ਼ਿਆਦਾ ਮਤਲਬ ਕਿ ਬੱਚਾ ਗਰੋ ਕਰ ਸਕਦਾ ਔਰ ਇਹਨਾਂ ਵਾਸਤੇ ਬੱਚਿਆਂ ਲਈ ਕਾਫੀ ਓਪਰਚੁਨਿਟੀ ਹੈ ਕਿ ਇਹਨਾਂ ਨੂੰ ਪ੍ਰੋਡਕਟ ਆਪਣੇ ਛੋਟੇ ਬਣਾ ਕੇ ਦੇਣ ਅਤੇ ਉਹਦੇ ਵਿੱਚ ਉਹਨਾਂ ਦੀ ਗਰੋਥ ਵੀ ਹੈ ਔਰ ਇਨਕਮ ਸੋਰਸ ਵੀ ਅੱਛਾ ਬਣੇਗਾ ਮੈਡਮ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਸਾਡੇ ਵਿਊਅਰਸ ਨੂੰ ਤਾਂ ਕਿ ਯੂਥ ਜਿਹੜਾ ਉਹ ਐਮਪਾਵਰ ਵੀ ਹੋ ਸਕੇ ਔਰ ਭਾਰਤ ਦਾ ਵਿਕਾਸ ਜਿਹੜਾ ਇਸ ਨੂੰ ਹੋਰ ਅਸੀਂ ਸਸਟੇਨੇਬਲ ਕਰ ਸਕੀਏ मेरी यही मैसेज होगी कि कोई भी फील्ड हो, चाहे वो एकेडमिक फील्ड हो, बिजनेस फील्ड हो, रिस्की सारे फील्ड है बट वो रिस्क फैक्टर इट शुड नॉट डिटर अस फ्रॉम सीइंग ड्रीम्स। सपने कितने भी छोटे हो या कितने भी बड़े हो हमें लगता है कि कहीं ऐसा तो नहीं कि हमने बहुत बड़े सपने देख लिए बट ऐसा नहीं होता है। आपको कंसिस्टेंटली किसी सपने के पीछे लगे रहना है सो दैट इट इज़ अचीवेबल। लोग कर रहे हैं तो हम क्यों नहीं कर सकते। जब मैं भी प्रिपेयर कर रही थी मैं भी वही सोचती थी कि अगर इतने लोगों ने निकाला है तो मुझ में क्या कमी है, मैं भी निकाल सकती हूँ। एंड प्लस मैं ये यूथ को स्पेशली बोलना चाहूँगी प्लीज़ डू नॉट बी फिक्सेटेड इन वन थिंग। आजकल के बहुत सारे यूथ को मैंने देखा है कि वो सिर्फ कॉम्पिटिटिव एग्ज़ाम्स कि हमें गवर्नमेंट एग्ज़ाम्स ही क्लियर करने हैं ऐसे हो जा गए हैं
बट वी हैव टू अंडरस्टैंड कि गवर्नमेंट हैज़ अ लिमिट टू टेक पीपल इन लाइक गिव एम्प्लॉयमेंट. तो दे शुड बी अ मोर ब्रॉड माइंडेड कि अगर इफ नॉट कॉम्पिटिटिव एग्जाम्स देन एंटरप्रेन्योरशिप या कुछ और चीज़ें, स्टार्टअप्स, बहुत सारी चीज़ें हम अभी तो आई फील अभी का जो टाइम है इट इज़ वेरी एप्ट. अभी इंडिया भी ऐसे टाइम में प्लेस्ड है जहाँ पे इंडिया कैन बी अ मैन्युफैक्चरिंग. हम देख रहे हैं वर्ल्ड में इतनी जगह, काफ़ी सारे जगह वॉर हो रहा है और बहुत कुछ हो रहा है. सेल्फ रिलायंट कि अभी आत्मनिर्भर होने का मोदी जी ने बोला है कि वी हैव टू बी आत्मनिर्भर. एंड व्हाट बेस्ट देन टू बी अ मैन्युफैक्चरिंग हब. क्योंकि जब हम चाइना की बात बोलते हैं तो चाइना भी उतनी ही पुरानी सिविलाइजेशन है जितनी हम ही. इफ दे कैन डू इट वी कैन आल्सो डू इट. ਜੀ ਸੋ ਇਸ ਪੋਜ਼ਿਟਿਵ ਨੋਟ ਦੇ ਉੱਤੇ ਕਿ ਅਸੀਂ ਯੂਥ ਜਿਹੜਾ ਹੈ ਉਸ ਦਾ ਬਹੁਤ ਵੱਡੀ ਭੂਮਿਕਾ ਜਿਹੜੀ ਹੈ ਭਾਰਤ ਦੇ ਵਿਕਾਸ ਵਿੱਚ ਹੋਏਗੀ, ਕਿਉਂਕਿ ਭਾਰਤ ਸਰਕਾਰ ਸਾਰਿਆਂ ਨੂੰ ਰੁਜ਼ਗਾਰ ਜਿਹੜਾ ਉਹ ਨੌਕਰੀ ਦੇ ਰੂਪ ਵਿੱਚ ਮੁਹੱਈਆ ਸ਼ਾਇਦ ਕਰਵਾਉਣਾ ਪੋਸੀਬਲ ਨਹੀਂ ਹੋਏਗਾ. ਯੂਥ ਨੂੰ ਆਪਣੇ ਆਈਡੀਆਜ਼ ਉੱਤੇ ਬਿਲੀਵ ਕਰਨਾ ਹੋਏਗਾ. ਜਦੋਂ ਅਸੀਂ ਸੁਪਨੇ ਦੇਖਦੇ ਹਾਂ ਤਾਂ ਉਹ ਸੁਪਨੇ ਜਿਹੜੇ ਉਹਨੂੰ ਸਾਕਾਰ ਕਰਨ ਵਾਸਤੇ ਅਸੀਂ ਕਦਮ ਵੀ ਉਠਾਉਂਦੇ ਹਾਂ ਔਰ ਫਿਰ ਉਹ ਕਾਮਯਾਬ ਵੀ ਹੁੰਦੇ ਆ. ਸੋ ਐਗਜ਼ਾਮਪਲ ਸਾਡੇ ਸਾਹਮਣੇ ਹੈ. ਆਸ ਕਰਦੇ ਹਾਂ ਕਿ ਇਹਨਾਂ ਦੋਨਾਂ ਸ਼ਖਸੀਅਤਾਂ ਦੀ ਸਕਸੈਸ ਜਿਹੜੀ ਉਹ ਤੁਹਾਨੂੰ ਜ਼ਰੂਰ ਮੋਟੀਵੇਟ ਕਰੇਗੀ. ਸਸਟੇਨੇਬਲ ਡਿਵੈਲਪਮੈਂਟ ਦੇ ਵਿੱਚ ਯੂਥ ਜਿਹੜਾ ਮਹੱਤਵਪੂਰਨ ਭੂਮਿਕਾ ਜ਼ਰੂਰ ਨਿਭਾਏਗਾ. ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ. ਥੈਂਕ ਯੂ ਸੋ